ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਨਾ ਅੰਨ ਅੱਕ, ਇਹ ਨਾਮ ਦਾ ਅਰਥ ਹੈ ਮਹਾਰਾਜ ਦਾ। ਅੱਕ, ਅੱਕ ਨਾਮ ਦੁੱਖ ਦਾ ਹੈ। ਨਾ ਅੰਨ ਅੱਕ, ਅੱਕ ਜਿੱਥੇ ਨਹੀਂ ਹੈ ਦੁੱਖ, ਉਹਦਾ ਨਾਮ ਹੈ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਇਹ ਅਰਥ ਕੀਤੇ ਨੇ, ਬੜੇ ਸੁੰਦਰ। ਕਹਿੰਦੇ ਉਹ ਗੁਰੂ ਨਾਨਕ ਦਾ ਨਾਮ ਜਿਹੜਾ ਬੰਦੇ ਨੂੰ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ, ਉਹ ਵਾਹਿਗੁਰੂ ਦਾ ਨਾਮ ਇੱਕ ਤੁੱਲ ਹਨ। ਸੋ ਸੱਤੇ ਬਲਵੰਡੇ ਨੇ ਵੀ ਇਹੀ ਚੀਜ਼ ਲਿਖੀ ਹੈ ਕਿ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦਾ ਹੈ। ਜੋਖੀ ਜੋਖਣਾ, ਤੱਕੜੀ ਚ ਪਾ ਕੇ ਤੋਲਣਾ। ਨਾਉ ਕਰਤਾ ਕਾਦਰ ਕਰੇ, ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਆਪਣੇ ਤੁੱਲ ਕਰ ਲਵੇ। ਉਹ ਤੱਕੜੀ ਵਿੱਚ ਪਾ ਕੇ ਜੇ ਤੋਲੀਏ, ਇੱਕ ਪਾਸੇ ਗੁਰੂ ਨਾਨਕ ਲਿਖ ਦਈਏ, ਇੱਕ ਪਾਸੇ ਵਾਹਿਗੁਰੂ ਲਿਖ ਦਈਏ, ਤਾਂ ਤੋਲ ਪੂਰਾ ਬਰਾਬਰ ਹੋਵੇਗਾ। ਕਿਉਂਕਿ ਗੁਰੂ ਨਾਨਕ ਦਾ ਨਾਮ ਵੀ ਓਨਾ ਹੀ ਸਮਰੱਥ ਹੈ ਜਿੰਨਾ ਵਾਹਿਗੁਰੂ ਦਾ। ਕਿਉਂਕਿ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਆਪ ਹੀ ਗੁਰੂ ਨਾਨਕ ਦੇਵ ਜੀ ਨੇ, ਆਪ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਐਸੀ ਉਪਮਾ ਆਪ ਵੀ ਸੱਚੇ ਪਾਤਸ਼ਾਹ ਕਰਨਗੇ ਆਪਣੇ ਕੋਲੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਆਕਾਰ ਹੈ ਅਕਾਲ ਪੁਰਖ ਦਾ ਬਣਾਇਆ ਹੋਇਆ, ਅੰਤ ਨਾ ਜਾਪੈ ਕੀਤਾ ਆਕਾਰ, ਇਸ ਆਕਾਰ ਦਾ ਵੀ ਅੰਤ ਕੋਈ ਨਹੀਂ ਹੈ, ਕੋਈ ਸਿਰਾ ਨਹੀਂ ਹੈ ਇਹਦਾ। ਜੇ ਲੱਭਣ ਜਾਓ ਤਾਂ ਕੋਈ ਪਤਾ ਹੀ ਨਹੀਂ ਲੱਗਦਾ। ਅੰਤ ਨਾ ਜਾਪੈ ਪਾਰਾਵਾਰ, ਪਾਰਾ ਤੇ ਵਾਰ। ਪਾਰਾ ਉਰਲਾ ਕਿਨਾਰਾ, ਵਾਰ ਪਰਲਾ ਕਿਨਾਰਾ, ਉਰਾਰ ਪਾਰ ਕਹਿੰਦੇ ਨੇ ਇਹਨੂੰ। ਪਾਰਾ ਤੇ ਵਾਰ, ਲੋਕ ਅਤੇ ਪਰਲੋਕ, ਇਹਨਾਂ ਦਾ ਕੋਈ ਅੰਤ ਨਹੀਂ ਹੈ, ਇਹਨਾਂ ਦਾ ਕੋਈ ਸਿਰਾ ਨਹੀਂ ਹੈ। ਚਾਰ ਮੂੰਹ ਲੱਗੇ ਹੋਏ ਨੇ ਬ੍ਰਹਮਾ ਦੇ, ਤੇ ਬ੍ਰਹਮਾ ਨੂੰ, ਚਾਰ ਮੂੰਹ ਵਾਲੇ ਨੂੰ ਬੜਾ ਹੰਕਾਰ ਹੋ ਗਿਆ ਵੀ ਮੈਂ ਬਹੁਤ ਵੱਡਾ, ਮੇਰੇ ਨਾਲੋਂ ਵੱਡਾ ਹੋਰ ਕੋਈ ਨਹੀਂ। ਉਸ ਵਕਤ ਬੜੀ ਤਕੜੀ ਹਨੇਰੀ ਆਈ, ਉਡਾ ਕੇ ਲੈ ਗਈ ਬ੍ਰਹਮਾ ਨੂੰ। ਉੱਥੇ ਸੁੱਟ ਦਿੱਤਾ ਜਿੱਥੇ 8 ਮੂੰਹਾਂ ਵਾਲਾ ਬ੍ਰਹਮਾ ਬੈਠਾ। ਉੱਥੇ ਉਹਦਾ ਹੰਕਾਰ ਟੁੱਟ ਗਿਆ। ਅੱਗੇ 8 ਮੂੰਹਾਂ ਵਾਲੇ ਨੂੰ ਬੜਾ ਹੰਕਾਰ ਹੈ। ਉੱਥੇ ਹਨੇਰੀ ਆਈ, ਉਡਾ ਕੇ ਲੈ ਗਈ, 16 ਮੂੰਹ ਵਾਲੇ ਬ੍ਰਹਮਾ ਤੱਕ ਚਲੇ ਗਏ। ਰੱਬ ਜਦੋਂ ਕਿਸੇ ਦਾ ਹੰਕਾਰ ਤੋੜਦਾ ਤਾਂ ਐਂ ਤੋੜਦਾ, ਫਿਰ 32 ਮੂੰਹਾਂ ਵਾਲਾ, ਫਿਰ 64 ਮੂੰਹਾਂ ਵਾਲਾ। ਅਖੀਰ ਇੰਨੀ ਹਨੇਰੀ ਉਡਾਉਂਦੀ ਉਡਾਉਂਦੀ ਸਭ ਨੂੰ ਉੱਥੇ ਲੈ ਗਈ ਜਿੱਥੇ 1000 ਮੂੰਹ ਵਾਲਾ ਬ੍ਰਹਮਾ ਬੈਠਾ। ਜਦੋਂ ਉੱਥੇ ਗਏ ਤਾਂ ਉੱਠ ਕੇ ਖੜਾ ਹੋ ਗਿਆ ਹੱਥ ਜੋੜ ਕੇ, ਕਹਿੰਦਾ ਆਓ ਧੰਨ ਭਾਗ ਮੇਰੇ, ਸੇਵਾ ਦੱਸੋ ਕੀ ਹੁਕਮ ਹੈ ਦਾਸ ਨੂੰ। ਜਦੋਂ ਉਹਦੀ ਨਿਮਰਤਾ ਦੇਖੀ, ਉਹ ਅਸਲ ਵਿੱਚ ਪਰਮੇਸ਼ਰ ਆਪ ਹੀ ਬਣੇ ਬੈਠੇ ਸੀ। ਨਿਮਰਤਾ ਜੋ ਸਿਖਾਉਣੀ ਸੀ, ਕਹਿੰਦੇ ਵੀ ਸਾਡੇ 'ਚ ਤਾਂ ਇੰਨੀ ਨਿਮਰਤਾ ਨਹੀਂ, ਸਾਡੇ ਤਾਂ 4, 8, 10 ਮੂੰਹਾਂ ਵਾਲੇ ਕਰਕੇ ਹੰਕਾਰ ਹੋਇਆ, ਇਹਦੇ 1000 ਮੂੰਹ ਲਾਇਆ ਪਰਮੇਸ਼ਰ ਨੇ, ਇਹਨੂੰ ਤਾਂ ਨਹੀਂ ਹੰਕਾਰ ਹੋਇਆ। ਸੋ ਇਸ ਕਰਕੇ ਉਹ ਪਰਮੇਸ਼ਰ ਦਾ ਤਾਂ ਕੋਈ ਪਾਰਾਵਾਰ ਹੈ ਨਹੀਂ, ਨਾ ਉਰਾਰ, ਨਾ ਪਾਰ, ਨਾ ਪਰਲਾ ਸਿਰਾ, ਨਾ ਉਰਲਾ ਸਿਰਾ। ਸੋ ਜਿਵੇਂ ਆਕਾਸ਼ ਦੇ ਵਿੱਚ ਅਨਲ ਪੰਛੀ ਹੈ, ਹਮਾਇੂ ਪੰਛੀ ਨੇ, ਇਹ ਵੱਡੇ ਵੱਡੇ ਪੰਛੀ ਨੇ, ਥੱਲੇ ਧਰਤੀ ਤੇ ਨਹੀਂ ਆਉਂਦੇ। ਇਹ ਹਜ਼ਾਰਾਂ ਮੀਲ ਧਰਤੀ ਤੋਂ ਬਹੁਤ ਉੱਪਰ ਕਿਤੇ ਜਾ ਕੇ ਉੜਦੇ ਨੇ। ਉਹ ਪੰਛੀ ਜੇ ਆਂਡਾ ਦੇ ਦੇਵੇ ਤਾਂ ਉਹ ਆਂਡਾ ਥੱਲੇ ਤੱਕ ਆਉਂਦਿਆਂ ਆਉਂਦਿਆਂ ਪੱਕ ਕੇ ਬੱਚਾ ਨਿਕਲ ਕੇ ਉੱਡ ਕੇ ਫੇਰ ਵਾਪਸ ਉੱਥੇ ਚਲਾ ਜਾਂਦਾ। ਇੰਨਾ ਉੱਚਾ ਉੱਡਦਾ, ਲੱਖਾਂ ਮੀਲ ਤੇ ਜਾ ਕੇ। ਉਹ ਅਨਲ ਪੰਛੀ ਜਿਹੜਾ ਹੈ, ਉਹ ਉੜਦਾ 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 ਥੱਕ ਤਾਂ ਜਾਂਦਾ, ਪਰ ਉਹ ਵੀ ਅੰਤ ਨਹੀਂ ਪਾਉਂਦਾ, ਉਹ ਵੀ ਅੰਤ ਨਹੀਂ ਪਾ ਸਕਦਾ ਆਕਾਸ਼ ਦਾ। ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਕਿ ਕਿੱਥੇ ਕੁ ਤੱਕ ਹੈ ਸਮੁੰਦਰ, 90 ਗੁਣੇ ਪਾਣੀ, ਕੋਈ ਅੰਤ ਨਹੀਂ। ਸਮੁੰਦਰ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸਮੁੰਦਰ ਦਾ ਅੰਤ ਨਹੀਂ, ਆਕਾਸ਼ ਦਾ ਅੰਤ ਨਹੀਂ, ਤਾਂ ਫਿਰ ਵਾਹਿਗੁਰੂ ਦਾ ਅੰਤ ਕਿਵੇਂ ਪਾ ਸਕਦੇ ਹਾਂ? ਉਹਦੇ ਉਰਾਰ ਪਾਰ ਦਾ ਕੋਈ ਪਤਾ ਹੀ ਨਹੀਂ, ਟਿਕਾਣਾ ਹੀ ਨਹੀਂ ਉਹਦਾ ਕੋਈ। ਅੰਤ ਕਾਰਨ ਕੇਤੇ ਬਿਲ ਲਾਹੇ, ਅਕਾਲ ਪੁਰਖ ਦਾ ਅੰਤ ਪਾਉਣ ਵਾਸਤੇ ਕਿੰਨੇ ਲੋਕ ਬਿਲਕੜੀਆਂ ਲੈਂਦੇ ਨੇ। ਕੋਈ ਗ੍ਰੰਥਾਂ ਦੇ ਰਾਹੀਂ ਕੋਸ਼ਿਸ਼ ਕਰਦਾ,
कोई मंत्रां राहीं कोशिश करदा, कोई अंतरजामता राहीं कोशिश करदा। जिन्ना मर्जी जोर ला लो, अंत नहीं पा सकते। बिल्लाह, दो लल्ले है, दोनों ने नखेर के चंगी तरह बोलिया करो। बिल्लाह, बिल्लाह नहीं कहना, बिल्लाह। अंत पाउण वास्ते किन्ने लोग बिलकड़ियां लैंदे ने कि असीं वाहिगुरू दा अंत पा लेना है, पर अंत पाउण वाला अंत नूं ओहदा ही रूप हो जाता। ताके अंत न पाए जाए, ओहदा ही अंत हो जाता, वो नहीं पाया जाता ਉਹਦੇ ਕੋਲੋਂ। ਉਹ ਵਿੱਚੇ लूण ਦੀ ਡਲੀ ਵਾਂਗੂ ਖੁਰ ਜਾਂਦਾ। जिवें समुंदर ਦਾ अंत ਪਾਉਣ ਵਾਸਤੇ लूण ਦਾ ਢੇਲਾ, बहुत ਵੱਡਾ ਢੇਲਾ ਲੈ ਕੇ ਜੇ लूण ਦਾ ਆਪਾਂ ਇਹ अंत न जाने कोई, ਇਹ अंत ਨੂੰ ਕੋਈ ਜਾਣ ਹੀ ਨਹੀਂ ਸਕਿਆ। ਇਹੀ अंत है ਜਿਹੜਾ ਬੇਅੰਤ ਕਹਿਣਾ। ਕਹਿੰਦੇ ਜਿੰਨਾ ਕੁ अंत ਕੋਈ ਪਾਉਂਦਾ ਉਹ ਉਦੋਂ ਹੋਰ ਵੱਡਾ ਹੋ ਜਾਂਦਾ। ਬਹੁਤਾ ਕਹੀਆ ਬਹੁਤਾ ਹੋਏ, ਜੇ ਬਹੁਤਾ ਕਹਿੰਦੇ ਆ ਦੇਖ ਕੇ ਤਾਂ ਉਹ ਬਹੁਤਾ ਹੋ ਜਾਂਦਾ, ਉਹ ਹੋਰ ਵੱਧ ਜਾਂਦਾ। ਉਹਨੂੰ ਕੀ ਹੈ, ਉਹਦੀ ਮਾਇਆ, ਉਹਦਾ ਅੰਤ ਕੋਈ ਪਾ ਹੀ ਨਹੀਂ ਸਕਦਾ। ਜੇ ਕੋਈ ਲੱਖਾਂ ਆਕਾਸ਼ ਲੱਖਾਂ ਪਤਾਲ ਦੇਖ ਕੇ ਕਹੇ ਮੈਂ ਅੰਤ ਪਾ ਲਿਆ, ਉਹ ਅੱਗੇ ਕਰੋੜਾਂ ਬਣਾ ਦਿੰਦਾ, ਫਿਰ ਤੁਰਿਆ ਰਹੋ। ਜਦੋਂ ਕਰੋੜਾਂ ਦਾ ਅੰਤ ਪਾ ਲੇ ਤਾਂ ਉਹ ਅਰਬਾਂ ਬਣਾ ਦਊਗਾ, ਫਿਰ ਤੁਰਿਆ ਰਹੋ। ਉਹਦਾ ਕੀ, ਉਹਦੀ ਸ਼ਕਤੀ ਇੰਨੀ ਜ਼ਿਆਦਾ, ਉਹਨੇ ਵਧਾਈ ਜਾਣਾ, ਆਪਣਾ ਕੰਮ ਵਧਾਈ ਜਾਣਾ। ਕਿੰਨੇ ਕੁ ਜਨਮ ਆਪਾਂ ਲੱਭਾਂਗੇ, ਕੁਛ ਵੀ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਹੋ ਜਾਂਦਾ ਨਾ ਕਿ ਬਹੁਤਾ ਕਹੀ ਹੈ, ਬਹੁਤਾ ਜੋ ਪਰਮੇਸ਼ਰ ਹੈ ਉਹਨੂੰ ਜੇ ਕਹਿੰਦੇ ਰਹੀਏ ਬਹੁਤਾ ਹੋਏ, ਉਹ ਬਹੁਤੇ ਦਾ ਹੀ ਰੂਪ ਹੋ ਜਾਂਦਾ। ਵਾਹਿਗੁਰੂ 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 ਕਰਦਿਆਂ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ। ਇਸ ਕਰਕੇ ਉਹਦਾ ਕਿੱਥੇ ਕੁ ਤੱਕ ਅੰਤ ਪਾਵਾਂਗੇ, ਉਹਦਾ ਅੰਤ ਪਾ ਹੀ ਨਹੀਂ ਸਕਦੇ। ਵੱਡਾ ਸਾਹਿਬ ਉੱਚਾ ਥਾਂ, ਸਾਡਾ ਮਾਲਕ ਵਾਹਿਗੁਰੂ ਅਕਾਲ ਪੁਰਖ ਬਹੁਤ ਵੱਡਾ ਹੈ ਸਾਹਿਬ, ਉਦੋਂ ਵੱਡਾ ਹੋਰ ਕੋਈ ਹੈ ਹੀ ਨਹੀਂ। ਉੱਚਾ ਥਾਂ, ਉਹਦਾ ਥਾਮ ਜਿਹੜਾ ਸੱਚਖੰਡ ਉਹ ਸਾਰਿਆਂ ਨਾਲੋਂ ਉੱਚਾ ਹੈ। ਸਾਧ ਸੰਗਤ ਸਥਾਨ ਉੱਚਾ ਹੈ, ਸਾਰਿਆਂ ਨਾਲੋਂ ਉੱਚਾ ਤਾਂ ਥਾਂ ਹੈ ਉਹਦਾ ਸੱਚਖੰਡ। ਪਰ ਉੱਚੇ ਉੱਪਰ ਉੱਚਾ ਨਾਉ, ਉਸ ਉੱਚੇ ਨਾਲੋਂ ਵੀ ਉੱਚਾ ਉਹਦਾ ਨਾਮ ਹੈ। ਨਾਮ ਨੂੰ ਮਹਾਨਤਾ ਦਿੱਤੀ, ਨਾਮ ਵੱਡਾ ਹੈ। ਸੋ ਇਸ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਮ ਰੂਪ ਕਰਕੇ ਮੱਥਾ ਟੇਕਦੇ। ਧੰਨ ਗੁਰੂ ਨਾਨਕ ਦੇਵ ਜੀ ਮੱਥਾ ਟੇਕਦੇ ਨੇ, ਦਸੇ ਸਰੂਪ ਵੀ ਮੱਥਾ ਟੇਕਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਜਦੋਂ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲੈਣ ਗਏ, ਪੋਥੀਆਂ ਪ੍ਰਾਪਤ ਕਰ ਲਈਆਂ, ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੀਆਂ। ਜਦੋਂ ਫਿਰ ਗੁਰਸਿੱਖ ਪਾਲਕੀ ਲੈ ਕੇ ਆਏ, ਮਹਾਰਾਜ ਕਹਿੰਦੇ ਹੁਣ ਅਸੀਂ ਨਹੀਂ ਬਰਾਬਰ ਬਹਿਣਾ, ਕਿਉਂਕਿ ਸਾਡੇ ਨਾਲੋਂ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪੋਥੀਆਂ ਵੱਡੀਆਂ ਨੇ, ਪੈਦਲ ਆਏ। ਹੁਣ ਅਸੀਂ ਹਰਿਮੰਦਰ ਸਾਹਿਬ ਵਿੱਚ ਨਹੀਂ ਬੈਠਣਾ, ਅਸੀਂ ਸੰਗਤ ਵਿੱਚ ਬੈਠਣਾ। ਹੁਣ ਸਾਡੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋਣਗੇ। ਪੰਜਵੇਂ ਪਾਤਸ਼ਾਹ ਨੇ ਹੀ ਆਪਣੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ ਸੀ। ਇਸ ਕਰਕੇ ਜਿਹੜਾ ਮਾਲਕ ਹੈ ਸਾਡਾ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ, ਉੱਚੇ ਨਾਲ ਵੀ ਨਾਮ ਉੱਚਾ ਹੈ। ਰਾਮਚੰਦਰ ਜੀ ਨੇ ਨਾਮ ਦੀ ਮਹਿਮਾ ਨੂੰ ਜਣਾਉਂਦਿਆਂ ਹੋਇਆਂ ਹੀ ਪੱਥਰਾਂ ਤੇ ਰਾਮ ਲਿਖਿਆ ਸੀ, ਹੋਰ ਕੋਈ ਦਾ ਕਾਰਨ ਨਹੀਂ ਸੀ। ਆਪਣੀ ਸ਼ਕਤੀ ਨਾਲ ਪੱਥਰ ਨੂੰ ਵੈਸੇ ਵੀ ਉਤਾਰ ਸਕਦੇ ਸੀ ਪਾਣੀ ਦੇ ਉੱਤੇ, ਇੰਨੀ ਦਾ ਸਮਰੱਥਾ ਵਾਹਿਗੁਰੂ ਨੇ ਦਿੱਤੀ ਹੋਈ ਸੀ। ਪਰ ਹਰੇਕ ਪੱਥਰ ਦੇ ਉੱਤੇ ਜਿਹਨੂੰ ਸਿੱਟਦੇ ਸੀ ਉਹ ਡੁੱਬ ਜਾਂਦਾ ਸੀ, ਤਾਂ ਪੱਥਰਾਂ ਦੇ ਉੱਤੇ ਰਾਮ ਲਿਖ ਦਿੱਤਾ, ਉਹ ਫਿਰ ਪੱਥਰ ਡੁੱਬਦਾ ਨਹੀਂ ਸੀ। ਹਨੂਮਾਨ ਜੀ ਉੱਡ ਕੇ ਹੀ ਚਲੇ ਗਏ ਪਰਲੇ ਪਾਸੇ। ਤਾਂ ਕਈ ਕਹਿੰਦੇ ਕਿ ਮਹਾਰਾਜ ਇਹ ਹਨੂਮਾਨ ਜੀ 'ਚ ਇੰਨੀ ਸ਼ਕਤੀ ਕਿੱਥੋਂ ਆ ਗਈ? ਰਾਮਚੰਦਰ ਜੀ ਕਹਿੰਦੇ ਉਹ ਮੇਰੇ ਨਾਲੋਂ ਵੀ ਉੱਚਾ ਹੋ ਗਿਆ। ਕਹਿੰਦੇ ਕਿਉਂ? ਕਹਿੰਦੇ ਉਹਦੇ ਹਿਰਦੇ ਵਿੱਚ ਮੇਰਾ ਨਾਮ ਹੈ। ਕਹਿੰਦੇ ਉਹ ਨਾਮ ਕਰਕੇ ਉੱਡ ਕੇ ਚਲਿਆ ਗਿਆ। ਜਿਹਦੇ ਹਿਰਦੇ 'ਚ ਨਾਮ ਆ ਜਾਂਦਾ ਹੈ ਉਹ 'ਚ ਉੱਡਣ ਦੀ ਸਮਰੱਥਾ ਵੀ ਆ ਜਾਂਦੀ ਹੈ, ਉਹ 'ਚ ਪਾਣੀ ਵਿੱਚ ਜਾਣ ਦੀ ਸਮਰੱਥਾ ਵੀ ਆ ਜਾਂਦੀ ਹੈ, ਉਹਦੇ ਵਿੱਚ ਸਾਰੇ ਪ੍ਰਕਾਰ ਦੀ ਸਮਰੱਥਾ ਆ ਜਾਂਦੀ ਹੈ। ਸੋ ਜਿਵੇਂ ਲੱਕੜ ਦੇ ਆਸਰੇ ਜਿਹੜਾ ਹੈ ਨਾ, ਪਹਿਲਾਂ ਪਾਣੀ ਆਪਾਂ ਪਾਉਨੇ ਦਰਖਤ ਨੂੰ,
दरख्त वड्डा हो जाता, फिर वो लकड़ कटते हैं, लकड़ कट के पानी में सुट्टो, पानी उन्होंने डुबोंदा नहीं। क्यों? कहता मैं ही तो इहनूं पालिया, ये तो मेरी है, इहनूं मैं डुबोना नहीं। इस प्रकार जिहड़े बंदे दे हिरदे च नाम है, पानी उन्होंने किवें डुबो सकदा? क्योंकि पानी नूं तो बनाया ही नाम ने है। उन्होंने अग किवें साड़ सकदी? क्योंकि अग नूं तो नाम नहीं बनाया। भाई बिधि चंद मचले भट्ट च बड़ गए। इस करके महाराज जी कहते हैं जिन्हां दे हिरदे च नाम बस गया, अकाल पुरख वाहिगुरु सच जानो। कई बार संगत च कई गल्लां ऐसियां भी हो जांदियां कि तुहाडे विश्वास बड़े बज्झे होए ने, पर सच तो ये जाणिओ कि परमेश्वर भी संगत दे जोड़े झाड़ जांदा आके। वो कहंदा मैनूं शौक ही बड़ा है, बहुत ही ज़्यादा निमरता, जिन्नी निमरता वाहिगुरु विच है इन्नी निमरता किसी च नहीं है। धन गुरु नानक च जिन्नी निमरता है इन्नी निमरता किसी विच नहीं है। सो जिवें कोई जोड़े झाड़दे सी किसी स्थान ते, कोई महापुरुषां दा स्थान सी, किन्नी देर तक वो कुंडी ला के अंदर आराम करते, संगत बाहर बैठी उड़ीकदी। एक प्रेमी के मन च आ गया भी पता नहीं कुंडी क्यों ला के पे रहिंदे ने। फिर उन्होंने रात को सुपने च मिले, कहते जिथे तू जोड़े झाड़दा बैठ के रोज संगत के जोड़े जमा करदा, असी गुप्त रूप में जाके अंदरों फिर सारे संगत के जोड़े झाड़ के आने। महापुरुष सूक्ष्म शरीर धार के जोड़े झाड़ लेंदे ने, अकाल पुरख सूक्ष्म रूप में जोड़े झाड़ते ने। जोगी अंदर जोगी आ, तू भोगी अंदर भोगी आ। जिहड़ा आपां जोड़े झाड़दे किते आपां थोड़ी झाड़दे, अपने अंदर वो बैठ के जोड़े झाड़दा साध संगत दे। यही तो अकाल पुरख की वड्डी महिमा, क्योंकि अकाल पुरख नाम नूं वड्डा बनाउंदी। मेरे नालों मेरा नाम वड्डा है। जिन्ना वड्डा मकान हुंदा उन्नी वड्डी पौड़ी हुंदी, पौड़ी भी उस तो दो ज्यादा ही उच्ची हुंदी, दो जिहड़ियां पौड़ियां होर उच्चियां बना लेने उत्ते चढ़न वास्ते। इस प्रकार नाम वड्डा है, नाम करके नामी तक पहुंचा जा सकता है। ए वड ऊंचा होवे कोई, ऐडा वड्डा उच्चा जे कोई हो जावे, नाम जपदा 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 नामी का ही रूप हो जावे। नाम जपन करके नामी का रूप धन गुरु नानक देव जी जब गुरु अंगद देव जी ने गुरता गद्दी की दात बख्शी है, कहते हुण सानू न मिलण आयो तुसीं, हुण असीं तुहाडे दर्शन करन आवांगे। फिर देख लो भाई, गुरु नानक देव जी सच्चे पातशाह आप खडूर साहब गुरु अंगद देव जी के दर्शन करन जांदे ने। कहते तुसीं नहीं आउणा, हुण असीं आवांगे। जब गुरु अमरदास महाराज ने गुरता गद्दी दात बख्शी, ਉਹੀ वचन गुरु अंगद देव जी ने कहा कि पुरखा हुण तुसीं ना आयो इत्थे, असीं आया करांगे तुहानूं मिलण। किहड़ी महिमा? वो नाम दी महिमा। ये गद्दी जिहड़ी है ना, ये नाम दी होई गद्दी है गुरु नानक देव जी दी। इसे करके तो ये वड्डी है गद्दी। ये नाम नूं ही मत्था टेकदे ने सारे जाने, नाम नूं ही सारी कुल सृष्टि नाम नूं ही मत्था टेकदे हैं। ये नाम ही तो है गुरु ग्रंथ साहिब महाराज सच्चे पातशाह। महाराज गुरु दसवें पातशाह ने जदों बख्शिश की सी अपने ते, गुरु ग्रंथ साहिब महाराज ने गुरता गद्दी प्रगट की, तां ही वचन कहा सी कि ये वाहिगुरु गुरु ग्रंथ साहिब महाराज ये दोनों इक्को ही चीज है, इक्को ही स्वरूप है। वाहिगुरु ही गुरु ग्रंथ साहिब ने। क्यों महाराज ने सिख संगत का यकीन बुझाया, तिस ऊंचे कहो जान सोए, सोए ओही वाहिगुरु अपने आप नूं जाणदा। वैसे तो जिथे हुण नाम जपण वाला कोई पहुंच जाता है समग्र रूप विच, ते वैसे कोई जान नहीं सकता, पर सारा किसी नूं जना देण तां जना ही देण। जिवें भाई पारो की अवस्था इत्थे तक चली गई सी, अखीर सतगुरु गुरता गद्दी देण लगे सी उन्हां दी अवस्था सी बहुत उच्ची, नाम जप जप के बड़ियां नाम दियां उच्चियां स्टेजां ने जिहड़ियां बैखरी बाणी तो आरंभ होकर मध्यमा बसंती परा तो बाहर नूं निकल जाते। फिर आकाश पताल धरती विच नाम, फिर जो बोलत है मिर्ग मीन पंखेरू, सो बिन हर जापत है नहीं होर। पूरे ब्रह्मंड दे विच ही नाम नजर आउंदा। वो ऐसी उच्ची अवस्था वाले जिन्हां नूं सारा ज्ञान हो चुकिया सी, भाई पारो जी नूं
जद महाराज ने कहा तुहानू गुरता गद्दी देनी है तो चरण पकड़ के कहते महाराज मैनू तो अपना सिख ही बनाई रखो। फिर भी सिक्खी मंगी है। फिर महाराज ने कहा सी आप चौथे स्वरूप च बह के इकट्ठे सिੱਖੀ का प्रचार करांगे, कल्याण करांगे सब दी। महाराज नाम वाले नूं अपने नालों उच्चा रखते ने। भाई गोपाले नूं जां जपजी साहब का पाठ करने कहा, सतगुरु कहते 1.25 फुट उच्चा आसन लाओ साडे तो एदा, क्योंकि इन्हें जपजी साहब का पाठ करना, इन्हें गुरु नानक की बाणी पढ़नी है। भाई गुरबाणी साडे नालों उच्ची। तो इस प्रकार सतगुरु के बहुत सारे ऐसे कौतक ने कि गुरबाणी नूं नाम नूं अपने नालों वड्डा कहा महाराज ने। पर तिस उच्चे को जाने सोए सोए वो अकाल पुरख, उस अकाल पुरख नूं आप ही अकाल पुरख जानते ने। जे वड़ आप जाना आप आप जिड्डा क वड्डा वो आप है, वो अपने आप नूं आप ही जानता है। ताइयों गुरु नानक साहब कहने कथना कथी न आवे तोट, कथ कथ कथी कोटि कोट कोट, नानक कथना करड़ा सार। ये भी कहते जे को आखे बोल विगाड़ तो लिखिए सिर गावारा गावार। झल्लिया सिर झल्ला है जेड़ा कहना मैनू पता है, तैनू की पता है। सारा कुछ कह के सोदर दे विच बाद च कहते होर केते गावन से मैं चित्त न आवन, नानक क्या विचारे। कहने मैनू नहीं पता लगता होर तुहानू किन्ने गाउंदे ने। भावें तुसीं सारे कह दिते तुहानू सारी पता है समर्था, पर निमरता देखो। महाराज ने निमरता जनाई कि मैनू तो कुछ ज्ञान ही नहीं है। पर महाराज जी फिर वो बख्शिश किवें मिले सानू। सिद्धां नूं तो इत्थे चुप कराता हूं महाराज ने। कहते जिड्डा वड्डा वो आप है उन्ना वड्डा वो अपने आप नूं आप ही जानदा, आपां नूं किसी नूं कोई ज्ञान नहीं हो सकता। कहते महाराज फिर तुसीं सानू हुण सिद्धा जिहा राह दसो कि हुण तक वो अंत तक कोई पा ही नहीं सकता, निरुत्तर कर दिता बिल्कुल। गुरु नानक देव जी एक पंक्ति विच ही सारा जवाब मुका के उन्होंने निरुत्तर कर रहे ने। नानक नदरी करमी दात, कहते नदरी परमेश्वर है बख्शिश दे करन वाला, वो अपनी बख्शिशां दी दात दिंदा जीव नूं, बख्शिश करदा सारिआं नालों वड्डी, जीव दे उत्ते किरपा करदा है। ताइयों इहनूं दातां प्राप्त हुंदियां ने, ताइयों नाम मिलदा है। नदरी अकाल पुरख वाहिगुरू अपनी किरपा करदा है जीव दे उत्ते, तां किरपा दे नाल सारा कुछ चलदा। जदों तक जीव दे उत्ते किरपा नहीं उदों तक ये कुछ भी नहीं कर सकदा। जदों अपनी किरपा हुंदी है गुरु नानक साहब दी, अकाल पुरख वाहिगुरू दी, उदों चंगा भला सीधे राह ते चलण लग पैंदा। जदों तक किरपा नहीं भाई सिद्धो उदों तक कुछ भी नहीं, उदों तक कोई अंत नहीं पा सकता। एक गल है कि वाहिगुरू ही चाहे कि मैं फलाने बंदे नूं अपना दिखा दें अंत, वो दिखा सकते हैं आप, बस वो आप ही दिखा सकते हैं, क्योंकि जिड्डे वड्डे वो आप ने उन्ना वड्डा अपना आप वो आप ही जानते हैं। वो दात दे सकते हैं नाम दी, चार पदार्थां दी, अपने स्वरूप नूं जनाउण दी दात खुद अकाल पुरख ही किरपा करके दिखा देण तां दिखा देण। गुरु अंगद देव महाराज नूं गुरता गद्दी देण तो बाद गुरु नानक देव जी ने पुछया पुरखा की प्रतीत हुंदा। गुरु अंगद देव महाराज कहण लगे आउं प्रतीत हुंदा कि मैं ही ब्रह्म हां। महाराज कहंदे ये बिल्कुल सत है, इस वक्त तुसीं अकाल पुरख दा साक्षात रूप हो, तुसी ही ब्रह्म हो। हुण मत्था तुहानूं ताइयों टेकिया, पर यह बचन संगत नूं ना कहो, ये बचन दुनिया अंदर ना कहो, क्योंकि दुनिया ऐसी है जे तुसी इन्हां नूं कहता मैं ब्रह्म हां तो ये भी मंगरे कहण लग जाणगे कि मैं किहड़ा घट है तेरे नालों, मैं भी तो ब्रह्म ही हां। इस करके आपां ने दुनिया नूं सिखाउणी निमरता, दासा भाव। ये मुख निशाना गुरु घर दा कि संसार नूं हंकार तो हटा के निमरता च लियाउणा गुरु नानक दा निशाना। निमरता विच नहीं आउंदा मनुख छेती, माड़ा जिहा निमरता च आया नहीं तो दूजे पासे हंकार वधिया नहीं, हंकार नहीं इहदा खेड़ा छड्डदा। इस करके सतगुरु महाराज सच्चे पातशाह कहने निमरता च रहो, निमरता नालों वड्डी कोई दात नहीं है। पर मंगो गुरु नानक दे घर तो। गुरु नानक देव जी कहने मैं अकाल पुरख तो मंग के लई है गरीबी 3 पा।
75% ਗਰੀਬੀ ਦੁਨੀਆ ਦੀ ਗੁਰੂ ਨਾਨਕ ਦੇ ਘਰ 'ਚ ਹੈ, 25% ਬਾਕੀ ਥਾਵਾਂ ਤੇ ਹੈ। ਜੇ ਗੁਰੂ ਨਾਨਕ ਦੇਵ ਜੀ ਮੰਗ ਕੇ ਲਿਆਏ ਨੇ ਅਕਾਲ ਪੁਰਖ ਤੋਂ ਗਰੀਬੀ, ਤਾਂ ਆਪਾਂ ਵੀ ਗੁਰੂ ਨਾਨਕ ਦੇਵ ਜੀ ਤੋਂ ਗਰੀਬੀ ਮੰਗੀਏ। ਮਹਾਰਾਜ ਸਾਨੂੰ ਵੀ ਗਰੀਬੀ ਬਖਸ਼ੋ, ਨਿਮਰਤਾ ਬਖਸ਼ੋ, ਮਿਹਰ ਭਰਿਆ ਹੱਥ ਰੱਖੋ। ਗਰੀਬੀ ਵੀ ਦੋ ਤਰ੍ਹਾਂ ਦੀ ਹੈ, ਇੱਕ ਮਾਇਆ ਕਰਕੇ ਗਰੀਬੀ, ਉਹ ਤਾਂ ਨਹੀਂ ਮੰਗਣੀ। ਇੱਕ ਗਰੀਬੀ ਹੈ ਨਿਮਰਤਾ, ਗਰੀਬੀ ਗਦਾ ਹਮਾਰੀ। ਮਹਾਰਾਜ ਕਿਰਪਾ ਕਰੋ ਅੰਦਰ ਨਿਮਰਤਾ ਬਣੀ ਰਹੇ, ਭਾਵੇਂ ਜਿੱਥੇ ਮਰਜੀ ਹੋਰ ਪਹੁੰਚ ਜਾਈਏ, ਅਵਸਥਾ ਉੱਚੀ ਉੱਠ ਜਾਏ, ਹੋਰ ਪਦਾਰਥ ਆ ਜਾਣ, ਪਰ ਗਰੀਬੀ ਬਣੀ ਰਹੇ ਮਨ ਦੇ ਅੰਦਰ। ਇਉਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਨਿਮਰਤਾ ਮੰਗੀਏ, ਬੇਨਤੀਆਂ ਕਰੀਏ। ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਭਾਈ ਫਿਰ ਵਾਹਿਗੁਰੂ ਮੰਤਰ ਹੈ ਜਿਹੜਾ ਹਉਮੈ ਨੂੰ ਨਾਸ਼ ਕਰਦਾ ਹੈ। ਰਾਤ ਦਿਨ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਜਾਓ, ਅੰਦਰੋਂ ਆਪਣੇ ਆਪ ਹੀ ਹੰਕਾਰ ਖਤਮ ਹੋ ਕੇ ਤੂੰ ਵੀ ਮੇਰਾ ਹੀ ਰੂਪ ਬਣ ਜਾਏਗਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हूँ करो निवास। वाहेगुरु 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 जी महाराज उपदेश करते ने आपां नूं बहुता कर्म लिखिया ना जाए, क्योंकि सिद्ध इसे गल दे उत्ते अड़े हुए ने कोई लिख के अंत पा लईए रब दा। कदे कहंदे ने आपां लेखियां नाल अंत पा लईए, कदे कहंदे ने आपां फलानी गल नाल अंत पा लईए। मतलब कहण दा कि परमेश्वर नूं बंदा ये चाहुंदा मैं रब नूं किसे तो अंत पा के अपने नालों छोटा बना लवां। गुरु नानक देव जी महाराज कहने इस तरह तो नहीं अंत पाइंदा। कहने महाराज जिहड़ी बख्शिश करदा ਉਹਦੇ करके तो अंत पै ही जांदा होना। बहुता कर्म ਉਹਦੇ कर्म करके जिवें फर्ज करो परमेश्वर जीवां नूं पैदा करदा, इन्हां दी पालना करदा, फिर इन्हां नूं मार दिंदा, पै गया अंत। बस यही तीन काम करदा ਉਹ। गुरु नानक देव जी कहने बस यही तीन काम करदा परमेश्वर। ਉਹਦਾ ਇੰਨਾ कर्म करदा, ਇੰਨਾ कर्म करदा ਜਿਹੜਾ कर्म ਕਿਸੇ ਨੂੰ समझ ही नहीं पैंदा है। इस करके जिहड़ी ਉਹਦੀ कर्म तो भाव जिहड़ी बख्शिश है वो लिखी नहीं जा सकती। बख्शिश का आपां खुलासा नहीं कर सकते कि वो किन्नियां बख्शिशां जिहड़ियां ने जीव दे उत्ते करदा, किन्नियां बख्शिशां गुरु नानक देव जी ने कीतियां ने कि सुर नर मुन जन अमृत खोजदे सो अमृत गुर ते पाया। अमृत वर्गी मिठी गुरबाणी गुरु नानक देव जी ने बख्शी। इस बख्शिश का हुण तुसीं लेखा लिखोगे? कोई धुरकी बाणी का कोई लिख सकदा हिसाब किताब कि किन्नी क वड्डी किन्नी क छोटी है, कित्थों तक है? जिहड़ी अमृत की दात दित्ती है, जिहड़ी कलयुग विच संगत बना दित्ती गुरु नानक ने, बई सारे संगत विच बैठो। ये जिहड़ियां अमोलक दातां महाराज ने दित्तियां ने, जिहड़े शुभ गुण दित्ते ने आपां नूं, जिहड़ियां रहत मर्यादावां बनाईयां महाराज ने, जिन कन्न कीते अखी नाक, जिन जिहवा दित्ती बोले तात, जिन मन राख्या अग्नि पाए, जिहड़ियां इह दातां दित्तियां ने, सो जिहदी किरपा नाल अमोलक पौण पानी प्राप्त होया, ऑक्सीजन मिलती है, इन्हां दा कोई मुल पै सकदा? इस करके महाराज कहने जिहड़ा उहदी करतब ने, जिहड़े उहदे कर्म बख्शिशां ने, बख्शिशां नूं कोई लिख ही नहीं सकदा। बख्शिश जिन्नी महाराज ने अपने ते कीती है, सारी बख्शिश आप ही कीती है।
ਵੱਡਾ ਦਾਤਾ ਤਿਲ ਨਾ ਤਮਾਏ। ਵੱਡਾ ਹੈ ਦਾਤਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤਿਲ ਜਿੰਨੀ ਵੀ ਤਮਾਏ ਨਹੀਂ, ਇੱਛਾ ਨਹੀਂ, ਕੋਈ ਤਮਾ ਨਹੀਂ ਹੈ ਕਿਸੇ ਤੋਂ।